ਆਪਾਂ ਸਾਰੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਨਾਲ ਸਾਡੇ ਬਹੁਤ ਆਦਰਨੀय ਸਤਿਕਾਰਯੋਗ ਪੰਜਾਬ ਦੇ ਨਾ ਸਿਰਫ ਕਿਸਾਨ ਬਲਕਿ ਹਰ ਵਰਗ ਦੇ ਲੋਕ, ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਬਹੁਤ ਦ੍ਰਿੜਤਾ ਦੇ ਨਾਲ ਦਿੱਲੀ ਹੁਣ ਤਾਂ ਤਕਰੀਬਨ ਮਹੀਨਾ ਹੀ ਹੋ ਚੱਲਿਆ ਵਾ ਉੱਥੇ ਧਰਨੇ ਤੇ ਬੈਠੇ ਨੇ ਔਰ ਬੜੇ ਅਣਮਨੁੱਖੀ ਹਾਲਾਤਾਂ 'ਚ ਬੈਠੇ ਨੇ। ਠੀਕ ਆ, ਦੁਨੀਆ ਭਰ ਚੋਂ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੇ ਸਾਰੀਆਂ ਸਹੂਲਤਾਂ ਦੇਣ ਦਾ ਉਪਰਾਲਾ ਕੀਤਾ, ਪਰ ਫਿਰ ਵੀ ਬੈਠੇ ਸੜਕ ਤੇ ਨੇ। ਔਰ ਦਸੰਬਰ ਦਾ ਇਹ ਜਿਹੜਾ ਹੁਣੇ ਸਪਤਾਹ ਲੰਘ ਕੇ ਗਿਆ ਹਫਤਾ, ਸ਼ਹੀਦੀ ਹਫਤਾ ਸਾਹਿਬਜ਼ਾਦਿਆਂ ਦਾ, ਇਹ ਸਿਰੇ ਦੀ ਠੰਡ ਹੁੰਦੀ ਆਪਾਂ ਸਾਰੇ ਜਾਣਦੇ ਹਾਂ। ਔਰ ਉੱਥੇ ਕੋਈ ਜਿਹੜੀਆਂ ਬੇਸਿਕ ਐਮਿਨਿਟੀਜ਼ ਆ, ਕੋਈ ਵਾਸ਼ਰੂਮਸ ਦੀ ਘਾਟ ਆ, ਪਾਣੀ ਦੀ ਘਾਟ ਆ, ਜਾਂ ਹਰ ਕਿਸਮ ਦੇ ਸਮਾਨ ਦੀ ਭਾਵਾਂ ਲੱਖ ਅਰੇਂਜਮੈਂਟ ਕੀਤੇ, ਪਰ ਜਿਹੜਾ ਸੁੱਖ ਇੱਕ ਇਨਸਾਨ ਦੇ ਆਪਣੇ ਘਰ ਵਿੱਚ ਹੁੰਦਾ ਉਸ ਨੂੰ ਸਾਰੇ ਨੂੰ ਤਿਆਗ ਕੇ ਆਪਣੇ ਸਾਰੇ ਲੋਕ ਉੱਥੇ ਬੈਠੇ ਨੇ। ਅਫਸੋਸ ਇਸ ਗੱਲ ਦਾ ਕਿ ਸਾਡੇ ਆਪਣੇ ਦੇਸ਼ ਦੀ ਸਰਕਾਰ ਇਹਨਾਂ ਬੈਠੇ ਹੋਏ ਕਿਸਾਨਾਂ ਤੇ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਤੇ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਅਣਗੌਲਿਆ ਕਰ ਰਹੀ ਹੈ। ਮੈਂ ਤਾਂ ਇਹ ਕਹੂੰਗਾ ਕਿ ਉਹਨਾਂ ਦੀ ਤੋਹੀਨ ਕਰ ਰਹੀ ਹੈ ਜਾਣ ਬੁੱਝ ਕੇ, ਔਰ ਤਰੀਕ ਤੇ ਤਰੀਕ ਪਾਈ ਜਾ ਰਹੀ ਆ। ਠੀਕ ਹੈ ਕਿ ਕੱਲ ਹੁਣ ਨਵੇਂ ਸਿਰੇ ਤੋਂ ਗੱਲਬਾਤ ਕਿਸਾਨ ਜਥੇਬੰਦੀਆਂ ਕਰਨ ਜਾ ਰਹੀਆਂ ਨੇ ਦਿੱਲੀ ਸਰਕਾਰ ਦੇ ਨਾਲ। ਸਾਡੀ ਇਹੀ ਅਰਦਾਸ ਆ ਕਿ ਇਹ ਮਸਲਾ ਸ਼ਾਂਤਮਈ ਢੰਗ ਦੇ ਨਾਲ ਤੇ ਆਦਰਨੀय ਤੇ ਇੱਕ ਸਤਿਕਾਰਯੋਗ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਮਾਪਤ ਹੋਵੇ ਤੇ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਤੇ ਯੂਪੀ ਅਤੇ ਹੋਰ ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹ ਬੀਜੇਪੀ ਸਰਕਾਰ ਮੰਨੇ। ਅਫਸੋਸ ਇਸ ਗੱਲ ਦਾ ਵੀ ਆ ਕਿ ਇਸ ਵਕਤ ਕੀ ਆ ਕਿ ਦੁਨੀਆ ਭਰ ਚੋਂ ਇਸ ਕਿਸਾਨ ਧਰਨੇ ਨੂੰ ਸਪੋਰਟ ਮਿਲੀ ਆ। ਮਤਲਬ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਮੇਤ ਜਸਟਿਨ ਟਰੂਡੋ ਤੋਂ ਬਾਅਦ ਜਿਹੜੇ ਜਿਮੀ ਕਾਰਟਰ ਨੇ ਪ੍ਰੈਜ਼ੀਡੈਂਟ ਰਹੇ ਨੇ ਅਮਰੀਕਾ ਦੇ, ਉਹਨਾਂ ਨੇ ਇੱਕ ਬਹੁਤ ਅੱਛਾ ਖਤ ਲਿਖਿਆ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ, ਕਿਉਂਕਿ ਉਹ ਆਪ ਕਿਸਾਨ ਸੀਗੇ। ਔਰ ਇਸੇ ਤਰ੍ਹਾਂ ਹੀ ਬਹੁਤ ਸਾਰੇ ਮੈਂਬਰਸ ਆਫ ਪਾਰਲੀਮੈਂਟ ਵਰਲਡ ਵਾਈਡ ਸਾਰੇ ਦੇਸ਼ਾਂ ਦੇ ਲੋਕਾਂ ਨੇ ਬਹੁਤ ਇਹਦਾ ਸਪੋਰਟ ਕੀਤੀ। ਆਪਣੇ ਦੇਸ਼ ਦੇ ਵਿੱਚ ਵੀ ਜਿਹੜੇ ਕਾਬਲ ਤੇ ਜਿਹੜੇ ਅੱਛੇ ਫਰਾਕ ਦਿਲ ਇਨਸਾਨ ਨੇ, ਸਮਝਦਾਰ ਲੋਕ ਨੇ, ਵਿਦਵਾਨ ਲੋਕ ਨੇ, ਉਹਨਾਂ ਸਭ ਨੇ ਇਸ ਧਰਨੇ ਦੀ ਸਪੋਰਟ ਕੀਤੀ ਕਿਉਂਕਿ ਇਹਨਾਂ ਵਿੱਚ ਗੱਲਾਂ ਹੀ ਬੜੀਆਂ ਜਾਇਜ਼ ਆ। ਮੈਂ ਅੱਜ ਹੀ ਆਰਟੀਕਲ ਪੜ੍ਹ ਰਿਹਾ ਸੀਗਾ, ਅਮ੍ਰਿਤਿਆ ਸੇਨ ਨੇ, ਆਪਣੇ ਜਿਹੜੇ ਨੋਬਲ ਪ੍ਰਾਈਜ਼ ਵਿਨਰ ਨੇ, ਨੋਬਲ ਲੌਰੀਏਟ ਨੇ, ਉਹਨਾਂ ਨੇ ਵੀ ਕਿਹਾ ਕਿ ਇਹ ਤਾਂ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਹੀ ਬੜੀਆਂ ਜਾਇਜ਼ ਨੇ। ਔਰ ਉਹਨਾਂ ਨੇ ਇਹ ਵੀ ਦੁੱਖ ਜਤਾਇਆ ਕਿ ਬੀਜੇਪੀ ਜਿਹੜੀ ਆ ਇਹ ਕੋਈ ਡਾਇਸੈਂਟ ਦਾ ਸਕੋਪ ਹੀ ਨਹੀਂ ਛੱਡ ਰਹੀ, ਸਪੇਸ ਹੀ ਨਹੀਂ ਛੱਡ ਰਹੀ। ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਇਹ ਸੈਡੀਸ਼ਨ ਦੇ ਕੇਸਿਸ ਵਿੱਚ, ਯੂਆਪਾ ਦੇ ਲਾਜ਼ ਵਿੱਚ ਉਹਨਾਂ ਦੀ ਆਵਾਜ਼ ਦਬਾਉਂਦੇ ਨੇ, ਬੰਦ ਕਰਦੇ ਨੇ, ਜਿਹੜੀ ਕਿ ਬੀਜੇਪੀ ਵਾਸਤੇ ਬਹੁਤ ਸ਼ਰਮਨਾਕ ਗੱਲ ਆ। ਕਿਉਂਕਿ ਪੰਜਾਬ ਜਿਹੜਾ ਨਾ ਇਹ, ਔਰ ਜੇ ਮੈਂ ਕਿਸਾਨਾਂ ਦੀ ਗੱਲ ਕਰਾਂ ਤੇ ਜਿਹੜਾ ਕਿਸਾਨੀ ਕਿੱਤਾ ਹੈ ਇਹ ਇੱਕ ਜ਼ਿੰਦਗੀ ਜੀਣ ਦਾ ਤਰੀਕਾ ਵਾ। ਇਬਰਾਹਿਮ ਲਿੰਕਨ ਨੇ ਬਹੁਤ ਸਿੰਪਲੀ ਇੱਕ ਛੋਟੇ ਜਿਹੇ ਕੋਟ 'ਚ ਕਿਹਾ, ਉਹਨਾਂ ਨੇ ਕਿਹਾ ਕਿ ਫਾਰਮਿੰਗ ਇਜ਼ਨਟ ਅ ਜੌਬ, ਫਾਰਮਿੰਗ ਇਜ਼ ਅ ਵੇ ਆਫ ਲਾਈਫ। ਸੋ ਤੁਸੀਂ ਬੀਜੇਪੀ ਵਾਲੇ ਕੀ ਕਰ ਰਹੇ ਨੇ ਕਿ ਉਹ ਜਿਹੜੇ ਕਾਨੂੰਨ ਲਿਆ ਕੇ ਆ ਰਹੇ ਨੇ ਉਹ ਇੱਕ ਜ਼ਿੰਦਗੀ ਜੀਣ ਦੇ ਤਰੀਕੇ ਦੇ ਉੱਤੇ ਹਮਲਾ ਕਰ ਰਹੀ ਹੈ। ਤਾਂ ਹੀ ਉਹ ਏਡੇ ਵੱਡੇ ਪੱਧਰ ਦੇ ਉੱਤੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂ ਤੇ ਹਰ ਵਰਗ ਦੇ ਲੋਕ ਸਪੋਰਟ ਕਰ ਰਹੇ ਨੇ। ਇੱਥੋਂ ਤੱਕ ਕਿ ਜਿਹੜੇ ਆਪਣੇ ਫੌਜੀ ਜਵਾਨ ਨੇ, ਮੈਂ ਉਹਨਾਂ ਦੀ ਵੀਡੀਓਜ਼ ਦੇਖੀਆਂ ਸੋਸ਼ਲ ਮੀਡੀਆ ਦੇ ਉੱਤੇ, ਜਿਹੜੇ ਉਹ ਬੁਰਾ ਮਨਾ ਰਹੇ ਨੇ ਕਿ ਅਸੀਂ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਆਪਣੀਆਂ ਜਾਨਾਂ ਗਵਾ ਰਹੇ ਹਾਂ ਔਰ ਇਸ ਸਰਦੀ ਦੀ ਰੁੱਤ ਵਿੱਚ ਸਿਆਚਨ ਵਰਗੇ ਗਲੇਸ਼ੀਅਰਸ ਵਿੱਚ ਜਾਂ ਕਾਰਗਿਲ ਵਰਗੀਆਂ ਬਹੁਤ ਵੱਡੀਆਂ ਹਾਈਟਸ ਦੇ ਉੱਤੇ ਜਾ ਕੇ ਜੰਮੂ ਕਸ਼ਮੀਰ ਦੀਆਂ ਬਾਰਡਰਸ ਦੇ ਉੱਤੇ ਅਸੀਂ ਦੇਸ਼ ਦੀ ਰਖਵਾਲੀ ਕਰ ਰਹੇ ਹਾਂ। ਪਰ ਬੀਜੇਪੀ ਦੀ ਸਰਕਾਰ ਸਾਡੇ ਮਾਂ ਤੇ ਪਿਓ ਤੇ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਮਜਬੂਰ ਕਰ ਰਹੀ ਹੈ ਕਿ ਤੁਸੀਂ ਸੜਕ ਦੇ ਉੱਤੇ ਬੈਠੋ ਤੇ ਧਰਨੇ ਮਾਰੋ। ਇਹ ਕਿਤੇ ਦਾ ਕਾਨੂੰਨ ਨਹੀਂ ਹੈਗਾ। ਔਰ ਮੈਂ ਜਿੱਦਾਂ ਕਹਿ ਰਿਹਾ ਸੀਗਾ ਕਿ ਹਰ ਵਰਗ ਦੇ ਲੋਕਾਂ ਨੇ, ਮਤਲਬ ਕਿ ਐਮੀਨੈਂਟ ਇਕੋਨੋਮਿਸਟ ਹੋ ਗਏ, ਜਿਹੜੇ ਅੱਛੇ ਜਰਨਲਿਸਟ ਨੇ, ਰਵੀਸ਼ ਕੁਮਾਰ ਵਰਗੇ ਜਾਂ ਪ੍ਰਸੂਨ ਵਰਗੇ, ਸਭ ਨੇ ਇਸ ਦੀ ਸਪੋਰਟ ਕੀਤੀ ਆ। ਕੋਈ ਕਸਰ ਤਾਂ ਕਿਸੇ ਨੇ ਕੁਝ ਛੱਡੀ ਨਹੀਂ। ਇਹ ਤਾਂ ਹੁਣ ਆਪਣੀ ਸਰਕਾਰ ਐਵੇਂ ਬਜਿੱਦ ਹੋਈ ਆ, ਜਾਣਦਿਆਂ ਹੋਇਆਂ, ਜਦ ਕਿ ਉਹਨਾਂ ਨੂੰ ਪਤਾ ਵਾ ਕਿ ਉਹਨਾਂ ਦੇ ਲੀਡਰਾਂ ਦੇ ਘਿਰਾਓ ਹੋ ਰਹੇ ਨੇ, ਉਹਨਾਂ ਦੀ ਤੋਹੀਨ ਹੋ ਰਹੀ ਆ। ਪਤਾ ਨਹੀਂ ਕਿਹੜੇ ਵਕਾਰ ਵਿੱਚ ਮੋਦੀ ਸਾਹਿਬ ਦੀ ਸਰਕਾਰ ਫਸ ਗਈ ਆ। ਜਾਂ ਤਾਂ ਹੁੰਦਾ ਨਾ ਕਿ ਮੋਦੀ ਜਿਹੜਾ ਸੀਗਾ ਉਹ ਇੱਕ ਕੋਈ ਡਿਕਟੇਟਰ ਸੀਗਾ, ਜਾਂ ਉਹਨੂੰ ਕਿਸੇ ਨੇ ਵੋਟ ਨਹੀਂ ਸੀ ਪਾਈ, ਫਿਰ ਤਾਂ ਇਦਾਂ ਦੀ ਇੱਕ ਗੱਲ ਵਤੀਰਾ ਆਪਣਾ ਕਰ ਸਕਦੇ ਸੀ। ਪਰ
ਵੋਟਾਂ ਲੈਣ ਤੋਂ ਬਾਅਦ ਆਪਣੇ ਲੋਕਾਂ ਦਾ ਨਿਰਾਦਰ ਕਰਨਾ। ਅਸੀਂ ਮੰਨਦੇ ਹਾਂ ਕਿ ਤੁਸੀਂ ਕਹਿੰਦੇ ਜੀ ਕਿ ਕਾਨੂੰਨ ਬਹੁਤ ਚੰਗੇ ਆ, ਤੁਸੀਂ ਬਾਕੀ ਸਾਰੇ ਦੇਸ਼ ਵਿੱਚ ਲਾਗੂ ਕਰ ਦਿਓ। ਜਿਹੜੇ ਸੂਬੇ ਇੰਨਾ ਤਾਂ ਅਧਿਕਾਰ ਦੇ ਦਿਓ ਸਟੇਟਸ ਨੂੰ ਕਿ ਜਿਹੜੀਆਂ ਸਟੇਟਸ ਇਸ ਨੂੰ ਅਡਾਪਟ ਕਰਨਾ ਚਾਹੁੰਦੀਆਂ ਅਡਾਪਟ ਕਰ ਲੈਣ, ਜਿਹੜੀਆਂ ਸਟੇਟਸ ਇਹਨਾਂ ਲਾਜ਼ ਨੂੰ ਅਡਾਪਟ ਨਹੀਂ ਕਰਨਾ ਚਾਹੁੰਦੀਆਂ ਉਹਨਾਂ ਨੂੰ ਐਗਜ਼ੈਂਪਟ ਕਰ ਦਿਓ। ਜੇ ਲੱਗੇਗਾ ਕਿ ਕਾਰਪੋਰੇਟ ਕੰਟਰੈਕਟ ਫਾਰਮਿੰਗ ਜਾਂ APMC ਦੀ ਅਬੋਲਿਸ਼ਨ ਦੇ ਨਾਲ ਸਟੇਟਸ ਨੂੰ ਤੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ, ਅਸੀਂ ਤੁਹਾਡੇ ਕੋਲੋਂ ਆਪ ਮੰਗ ਕੇ ਲੈ ਲਾਂਗੇ ਕਿ ਸਾਨੂੰ ਇਹ ਕਾਨੂੰਨ ਜਿਹੜੇ ਨੇ ਪੰਜਾਬ ਦੇ ਵਿੱਚ ਵੀ ਲਾਗੂ ਕਰ ਦਿਓ। ਪਰ ਕੋਈ ਦਲੀਲ ਅਪੀਲ ਤਾਂ ਦੇਖੀ ਸੁਣੀ ਹੈ ਹੀ ਨਹੀਂ ਨਾ ਇਸ BJP ਦੀ ਸਰਕਾਰ ਨੇ। ਔਰ ਮੈਂ ਸਮਝਦਾ ਕਿ ਇਹ ਕੀ ਕਹਿੰਦੇ ਹੁੰਦੇ ਕਿ ਆਵਾਜ਼ੇ ਖਲਕਤ ਨਗਾਰਾ ਖੁਦਾ, ਤੁਸੀਂ ਰੱਬ ਦੀ ਆਵਾਜ਼ ਦੀ ਤੋਹੀਨ ਕਰ ਰਹੇ ਹੋ BJP ਤੇ ਮੋਦੀ ਸਾਹਿਬ ਦੀ ਸਰਕਾਰ ਨੂੰ। ਮੈਂ ਕਹਿਣਾ ਚਾਹੁੰਦਾ ਤੇ ਮੈਂ ਇੱਕ ਸੁਝਾਅ ਵੀ ਦੇਣਾ ਚਾਹੁੰਦਾ ਆਪਣੀ ਕਿਸਾਨ ਜਥੇਬੰਦੀਆਂ ਨੂੰ ਕਿ ਦੇਖੋ, ਆਪਾਂ ਸਭ ਨੇ ਮਿਲ ਕੇ ਤੁਹਾਡੀ ਅਗਵਾਈ ਵਿੱਚ ਪੀਸਫੁਲ ਤਰੀਕਾ ਹਰ ਇੱਕ ਅਡਾਪਟ ਕਰਕੇ ਦੇਖ ਲਿਆ। ਮਤਲਬ ਅਸੀਂ ਪੰਜਾਬ ਦੇ ਵਿੱਚ ਸੜਕਾਂ ਡੈਮੋਕ੍ਰੈਟਿਕ ਤਰੀਕੇ ਨਾਲ ਪ੍ਰੋਟੈਸਟ ਕਰਕੇ ਦੇਖ ਲਿਆ, ਧਰਨਿਆਂ ਤੇ ਬੈਠ ਕੇ ਦੇਖ ਲਿਆ, ਭੁੱਖ ਹੜਤਾਲ ਕਰਕੇ ਦੇਖ ਲਿਆ, ਦਿੱਲੀ ਵਿੱਚ ਮਹੀਨਾ ਬੈਠ ਕੇ ਦੇਖ ਲਿਆ। ਤੇ ਜੇ ਹੁਣ ਕੋਈ ਗੱਲ ਮੰਨੇ ਹੀ ਨਾ ਮੋਦੀ ਦੀ ਸਰਕਾਰ ਕਿ ਅਸੀਂ ਤਾਂ ਉਹ ਟਸ ਤੋਂ ਮਸ ਨਾ ਹੋਵੇ, ਤਾਂ ਫਿਰ ਮੇਰੀ ਇੱਕ ਤੁਹਾਨੂੰ ਇਹ ਰਾਏ ਕਹਿ ਲਓ, ਇੱਕ ਅਪੀਲ ਕਹਿ ਲਓ ਕਿ ਫਿਰ ਇੱਕ ਜਕਾਰਾ ਛੱਡੋ ਦਿੱਲੀ ਵਿੱਚ। ਜੇ ਬਿਲਕੁਲ ਆ ਕੱਲ ਪਰਸੋਂ ਦੀਆਂ ਟਾਕਸ ਵੀ ਫੇਲ ਹੋ ਜਾਂਦੀਆਂ, ਇੱਕ ਜਕਾਰਾ ਛੱਡੋ ਤੇ ਫਿਰ ਸਿਆਸੀ ਵਾਗਡੋਰ ਜਿਹੜੀ ਸਟੇਟ ਦੀ ਆ ਉਹ ਆਪਣੇ ਹੱਥ ਵਿੱਚ ਲਵੋ। ਕਿਉਂਕਿ ਜਿਹੜੀਆਂ ਸਾਡੀਆਂ ਪੋਲੀਟੀਕਲ ਪੁਰਾਣੀਆਂ ਪਾਰਟੀਆਂ ਨੇ ਇਸ ਵਕਤ, ਜੇ ਅੱਜ ਕ੍ਰਾਈਸਿਸ ਹੈ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ, ਅਗਰ ਅੱਜ ਪੰਜਾਬ ਦੇ ਕਿਸਾਨਾਂ ਤੇ 1 ਲੱਖ ਕਰੋੜ ਦਾ ਕਰਜ਼ਾ ਉਹ ਕੱਲ ਪਰਸੋਂ ਤਾਂ ਚੜਿਆ ਨਹੀਂਗਾ। ਇਹ ਕਈ ਦਹਾਕਿਆਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਸੀਗੀ, ਪਹਿਲਾਂ ਤਾਂ ਸੈਂਟਰਲ ਗਵਰਨਮੈਂਟ ਦੀ ਜੋ ਸਾਡੇ ਫਸਲਾਂ ਦੇ ਭਾਅ ਗੈਰ ਵਾਜਬ ਬੰਦ ਹੀ ਰਹੀ ਹੈ, ਜਾਣਦਿਆਂ ਹੋਇਆਂ ਕਿ ਇਨਫਲੇਸ਼ਨ ਬਹੁਤ ਹੈ, ਮਹਿੰਗਾਈ ਬਹੁਤ ਜ਼ਿਆਦਾ ਹੋ ਰਹੀ ਹੈ। ਔਰ ਬਹੁਤ ਸਾਰੇ ਐਗਰੀਕਲਚਰ ਮਾਹਰ ਸਾਇੰਟਿਸਟ ਨੇ ਕੰਪੈਰੀਜ਼ਨ ਕਰਕੇ ਦਿਖਾਤਾ ਕਿ ਕਿਸਾਨਾਂ ਦੀ ਆਮਦਨ ਪਿਛਲੇ 45-50 ਸਾਲ ਵਿੱਚ ਸਿਰਫ 19 ਗੁਣਾ ਵਧੀ ਹੈ, ਜਦਕਿ EMPLOYEES ਦੇ ਰੈਗੂਲਰ ਪੇ ਕਮਿਸ਼ਨਸ ਤੋਂ ਬਾਅਦ ਉਹ 250 ਗੁਣਾ ਵਧੀ ਹੈ। ਤੇ ਵਪਾਰੀਆਂ ਦਾ ਤਾਂ ਕੋਈ ਆਪਾਂ ਐਂਡ ਕਹਿੰਦੇ ਨਹੀਂ ਕਿ ਉਹਨਾਂ ਦੇ ਤਾਂ ਕਈ ਹਜ਼ਾਰ ਗੁਣਾ ਆਮਦਨ ਵੱਧ ਗਈ, ਤੇ ਇਕੱਲੇ ਕਿਸਾਨ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ। ਔਰ ਹੁਣ ਜਿਹੜੀ ਮਾੜੀ ਮੋਟੀ ਉਹ ਰੋਟੀ ਖਾਂਦਾ ਸੀ, ਤੁਸੀਂ ਉਹਦੀ ਰੋਟੀ ਉਹਦੇ ਪੇਟ ਦੇ ਉੱਤੇ ਲੱਤ ਮਾਰਨ ਦਾ ਉਪਰਾਲਾ ਕਰ ਰਹੇ। ਤੇ ਜੇ ਨਹੀਂ ਮੰਨਦੀ BJP ਦੀ ਸਰਕਾਰ ਤਾਂ ਫਿਰ ਕਿਸਾਨ ਜਥੇਬੰਦੀਆਂ ਨੂੰ ਤੇ ਸਮੂਹ ਜਿਹੜੇ ਲੋਕ ਅਗਵਾਈ ਕਰਦੇ ਨੇ ਇਸ ਗੱਲ ਤੇ ਜ਼ਰੂਰ ਵਿਚਾਰ ਕਰਿਓ ਕਿ ਫਿਰ ਉੱਥੋਂ ਜਕਾਰਾ ਛੱਡ ਕੇ ਫਤਿਹ ਬੁਲਾ ਕੇ ਤੇ ਪੰਜਾਬ ਦੇ ਵਿੱਚ ਇੱਕ ਸਿਆਸੀ ਧਿਰ ਆਪਣੀ ਖੜੀ ਕਰ ਲਓ। ਕਿਉਂਕਿ ਜਿਹੜੀਆਂ ਪੁਰਾਣੀਆਂ ਪਾਰਟੀਆਂ ਤੁਹਾਡੇ ਮਸਲਿਆਂ ਦੀ ਹੱਲ ਨਹੀਂ ਕਰ ਸਕੀਆਂ, ਹੋ ਸਕਦਾ ਵਾ ਕਿ ਕਿਸਾਨ ਜਥੇਬੰਦੀਆਂ ਦੇ ਝੰਡੇ ਦੇ ਥੱਲੇ ਔਰ ਕਿਸਾਨ ਦੇ ਇਹੀ ਏਜੰਡੇ ਨੂੰ ਲਿਜਾ ਕੇ, ਕਿਉਂਕਿ ਪੰਜਾਬ ਜ਼ਿਆਦਾ ਨਹੀਂ ਤਾਂ 65-70% ਪੇਂਡੂ ਆਬਾਦੀ ਹੈ, ਇਕੱਲਾ ਕਿਸਾਨ ਨਹੀਂ, ਕਿਸਾਨ ਦੇ ਨਾਲ ਖੇਤ ਮਜ਼ਦੂਰ ਕਨੈਕਟਡ ਹੈ। ਖੇਤ ਮਜ਼ਦੂਰ ਤੋਂ ਇਲਾਵਾ ਆੜਤੀਆਂ ਦਾ ਵਪਾਰ, ਸਾਰੀਆਂ ਵੱਡੀਆਂ ਮੰਡੀਆਂ ਜਿਹੜੇ ਕਸਬੇ ਨੇ ਪੰਜਾਬ ਦੇ, ਉਹ ਸਾਰੇ ਐਗਰੀਕਲਚਰ ਇਕਨੋਮੀ ਤੇ ਨਿਰਭਰ ਹੈ। ਬਲਕਿ ਈਵਨ ਵੱਡਾ ਵਪਾਰ ਵੀ ਸ਼ਹਿਰਾਂ ਚ ਆਣ ਕੇ ਅਲਟੀਮੇਟਲੀ ਜਿਹੜੀ ਐਗਰੋ ਬੇਸਡ ਇੰਡਸਟਰੀ ਆ ਉਹਦੇ ਤੇ ਨਿਰਭਰ ਹੈ। ਤਾਂ ਫਿਰ ਤੁਸੀਂ ਆਣ ਕੇ ਸਿਆਸੀ ਪਿੜ ਵਿੱਚ ਆਪਣਾ ਪੈਰ ਰੱਖੋ। ਅਸੀਂ ਜਿੰਨੇ ਜੋਗੇ ਹੈ, ਅਸੀਂ ਸਾਰੇ ਹਰ 100% ਅਸੀਂ ਸਪੋਰਟ ਕਰਾਂਗੇ ਇਸ ਇਨੀਸ਼ੀਏਟਿਵ ਦੀ। ਉਹ ਕਿਉਂ? ਕਿਉਂਕਿ ਤੁਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਇਹਦਾ ਕੋਈ ਮਸਲੇ ਦਾ ਹੱਲ ਨਿਕਲ ਸਕੇ। ਔਰ ਬਹੁਤ ਦੇਰ ਤੋਂ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅਸੀਂ ਨਾਨ ਪੋਲੀਟੀਕਲ, ਔਰ ਅੱਛੀ ਗੱਲ ਕੀਤੀ ਉਹਨਾਂ ਨੇ ਕਿ ਸਾਰੇ ਧਰਨੇ ਦੇ ਵਿੱਚ ਪੋਲੀਟੀਕਲ ਆਗੂਆਂ ਨੂੰ, ਪੋਲੀਟੀਕਲ ਪਾਰਟੀਆਂ ਨੂੰ ਸ਼ਮੂਲੀਅਤ ਨਹੀਂ ਕਰਨ ਦਿੱਤੀ, ਕਿਉਂਕਿ ਫਿਰ BJP ਦੇ ਉਹ ਇਲਜ਼ਾਮ ਪੱਕੇ ਪੁਖਤਾ ਹੋ ਜਾਣੇ ਸੀਗੇ ਕਿ ਇਹ ਸਾਰੀ ਸ਼ਰਾਰਤ ਆਪੋਜੀਸ਼ਨ ਪਾਰਟੀਆਂ ਕਰ ਰਹੀ ਹੈ। ਜਦਕਿ ਸਾਰਾ ਇਨੀਸ਼ੀਏਟਿਵ ਤੇ ਸਾਰਾ ਐਫਰਟ ਹੈਗਾ ਇਹ ਕਿਸਾਨ ਜਥੇਬੰਦੀਆਂ ਤੋਂ ਪ੍ਰੇਰਿਤ ਹੋ ਕੇ ਆਮ ਜਨਤਾ ਉੱਥੇ ਪਹੁੰਚੀ। ਕਾਲ ਇਜ਼ ਵੈਰੀ ਗੁੱਡ, ਦ ਕਾਜ਼ ਇਜ਼ ਵੈਰੀ ਗੁੱਡ, ਦੇਅਰਫੋਰ ਸਭ ਨੇ ਆਪਣਾ ਆਪਣਾ ਫਰਜ਼ ਸਮਝ ਕੇ, ਮਤਲਬ ਪੜੀਆਂ ਲਿਖੀਆਂ ਔਰਤਾਂ ਜਿਹੜੇ ਨਾਰਮਲੀ ਏਸੀਆਂ ਤੇ ਅੱਛੇ ਕੰਫਰਟ ਜ਼ੋਨ ਤੋਂ ਬਾਹਰ ਨਹੀਂ ਆਉਂਦੀਆਂ, ਉਹ ਵੀ ਮੈਂ ਦੇਖੀਆਂ ਦਿੱਲੀ ਵਿੱਚ ਪਹੁੰਚ ਕੇ ਤੇ ਇਸ ਧਰਨੇ ਵਿੱਚ ਸਹਿਯੋਗ ਦੇ ਰਹੀਆਂ। ਤੇ ਫਿਰ ਇੱਕ ਜਕਾਰਾ ਛੱਡੋ ਤੇ ਫਤਿਹ ਬੁਲਾ ਕੇ ਤੇ ਫਿਰ ਪੰਜਾਬ ਆਓ ਤੇ 22 ਦੀ ਇਲੈਕਸ਼ਨ ਜਿਹੜੀ 2022 ਦੀ ਸਟੇਟ, ਜੇ ਮੋਦੀ ਇਦਾਂ ਹੀ ਨਹੀਂ ਮੰਨਦਾ ਤੇ ਫਿਰ ਇੱਕ ਫਤਵਾ ਪੰਜਾਬ ਦੇ ਲੋਕਾਂ ਤੋਂ ਲੈ ਕੇ ਤੇ ਇਹਨਾਂ ਕਾਨੂੰਨਾਂ ਨੂੰ ਆਪਣੀ ਵਿਧਾਨ ਸਭਾ ਦੇ ਵਿੱਚ ਛਿੱਕੇ ਤੇ ਟੰਗੋ, ਰੱਦ ਕਰੋ, ਬਲਕਿ ਆਪਣੀਆਂ ਡਿਮਾਂਡਸ ਨੂੰ ਅਪਗ੍ਰੇਡ ਕਰੋ। ਫਿਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਹੋਵੇ। ਕਿਉਂ ਨਹੀਂ ਲਾਗੂ ਕਰ ਰਹੀ ਦੇਸ਼ ਦੀ ਸਰਕਾਰ, ਜਦ ਸਰਕਾਰ ਨੇ ਹੀ ਇੱਕ ਸਵਾਮੀਨਾਥਨ ਕਮੇਟੀ ਬਣਾਈ। ਸਰਕਾਰ ਦੇ ਕੋਲ ਇਹ ਕਮੇਟੀ ਦੀ ਰਿਪੋਰਟ ਪਿਛਲੇ 16 ਸਾਲ ਤੋਂ ਪਈ ਆ, ਉਹ ਕਿਉਂ ਨਹੀਂ ਲਾਗੂ ਕਰ ਰਹੇ? ਉਹਨਾਂ ਨੂੰ ਜਵਾਬ ਦੇਣਾ ਪਵੇਗਾ। ਇਸ ਲਈ ਐਗਰੀਕਲਚਰ ਸੈਕਟਰ ਵਿੱਚ ਆਪਣੀ ਰਿਪੋਰਟ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਇੰਪਲੀਮੈਂਟੇਸ਼ਨ ਦੀ ਡਿਮਾਂਡ ਵਧਾਓ। ਬਲਕਿ ਪੰਜਾਬ ਦੇ ਜਿਹੜੇ ਪੁਰਾਣੇ ਇਸ਼ੂਜ਼, ਬਰਨਿੰਗ ਇਸ਼ੂਜ਼ ਨੇ, ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ, ਸਾਡੇ ਪਾਣੀਆਂ ਦਾ ਮਸਲਾ ਹੈ, ਇਹ ਸਾਰੀਆਂ ਗੱਲਾਂ, ਡਿਮਾਂਡਸ ਨੂੰ ਅਪਗ੍ਰੇਡ ਕਰੋ ਔਰ ਆਪਣੇ ਜਿਹੜਾ ਪੋਲੀਟੀਕਲ ਸਕੋਪ ਹੈਗਾ ਡਿਮਾਂਡਸ ਦਾ, ਉਸ ਨੂੰ ਵਧਾਇਆ ਜਾਵੇ। ਔਰ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ
ਪਾਕਿਸਤਾਨ ਦੇ ਨਾਲ ਬਾਰਡਰ ਖੋਲੇ ਜਾਣ ਦੀ, ਟ੍ਰੇਡ ਬਾਰਡਰ ਨੂੰ ਖੋਲੇ ਜਾਣ ਦੀ ਵੀ ਮੰਗ ਨੂੰ ਆਪਣੇ ਏਜੰਡੇ ਤੇ ਲੈ ਕੇ ਆਓ, ਕਿਉਂਕਿ ਜਦ ਤੱਕ ਪਾਕਿਸਤਾਨ ਦੇ ਨਾਲ ਆਪਣਾ ਉਹ ਗੇਟਵੇ ਨਹੀਂ ਖੁੱਲੇਗਾ, ਬਾਰਡਰ ਨਹੀਂ ਖੁੱਲੇਗਾ, ਮੈਂ ਨਹੀਂ ਸਮਝਦਾ ਕਿ ਕਿਸੇ ਤਰ੍ਹਾਂ ਨਾਲ ਖੇਤੀ ਜਾਂ ਈਵਨ ਇੰਡਸਟਰੀ ਪ੍ਰਫੁੱਲਤ ਹੋ ਸਕਦੀ ਪੰਜਾਬ ਦੇ। ਬਿਕੋਜ਼ ਸਾਦੀ ਜੀ ਗੱਲ ਹੈ, ਪੰਜਾਬ ਲੈਂਡਲੌਕਡ ਸਟੇਟ ਹੈ, ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ, ਕੋਈ ਪੋਰਟ ਨਹੀਂ ਹੈ, ਸਾਡੇ ਕੋਲ ਪਾਣੀ ਤੋਂ ਇਲਾਵਾ ਕੋਈ ਨੈਚੁਰਲ ਰਿਸੋਰਸਸ ਨਹੀਂ। ਇਸ ਲਈ ਆਪਣੀ ਇਸ ਐਜੀਟੇਸ਼ਨ ਨੂੰ ਪੰਜਾਬ ਸਰਜ਼ਮੀਨ ਤੇ ਲਿਆ ਕੇ, ਧਰਤੀ ਤੇ ਇਸ ਦੇ ਦਾਇਰੇ ਨੂੰ ਪੂਰਾ ਵਧਾ ਕੇ, ਔਰ ਜਿਹੜੀਆਂ ਬਹੁਤ ਲੈਜੀਟੀਮੇਟ ਡਿਮਾਂਡਸ ਪੰਜਾਬ ਦੀਆਂ ਜਿਹੜੀਆਂ ਪਿਛਲੇ ਕਈ ਦਹਾਕਿਆਂ ਤੋਂ ਕੇਂਦਰ ਦੀਆਂ ਸਰਕਾਰਾਂ, ਸਾਰੀਆਂ ਸਰਕਾਰਾਂ ਨੇ ਜਿਹੜੀਆਂ ਪ੍ਰਵਾਨ ਨਹੀਂ ਕੀਤੀਆਂ, ਉਹਨਾਂ ਨੂੰ ਆਪਣੇ ਏਜੰਡੇ ਤੇ ਲਿਆ ਕੇ ਤੇ 2022 ਦੇ ਵਿੱਚ ਇੱਕ ਝੰਡਾ ਗੱਡੋ, ਤਾਂ ਕਿ ਆਪਾਂ ਲੋਕਾਂ ਤੋਂ ਫਤਵਾ ਲੈ ਕੇ ਤੇ ਆਪਣੇ ਸੂਬੇ ਨੂੰ ਆਪ ਮੈਨੇਜ ਕਰ ਸਕੀਏ। ਇਸ ਗੱਲ ਵਿੱਚ ਕਹਿਣ 'ਚ ਕੋਈ ਗੁਰੇਜ਼ ਨਹੀਂਗਾ ਕਿ ਅੱਜ ਪੰਜਾਬ ਅਗਰ ਪੌਣੇ 3 ਲੱਖ ਕਰੋੜ ਰੁਪਏ ਦਾ ਕਰਜ਼ਈ ਆ, ਤੇ ਉਹ ਪੰਜਾਬ ਜਿਹੜਾ ਹੈ ਉਹ ਬਿਨਾਂ ਵਜ੍ਹਾ ਕਰਜ਼ਈ ਨਹੀਂਗਾ। 1985 ਤੱਕ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ। 1985 35 ਸਾਲਾਂ 'ਚ ਜਿਨ੍ਹਾਂ ਨੇ ਵੀ ਸਰਕਾਰਾਂ ਬਣਾਈਆਂ, ਤੁਸੀਂ ਜਾਣਦੇ ਹੋ ਅੱਛੀ ਤਰ੍ਹਾਂ, ਮੈਂ ਹੁਣ ਕਿਸੇ ਇੱਕ ਵਿਅਕਤੀ ਵਿਸ਼ੇਸ਼, ਕਿਸੇ ਟੱਬਰ ਦਾ ਨਾਮ ਲੈਵਾਂ, ਤੁਸੀਂ ਸਾਰੇ ਸਮਝਦਾਰ ਹੋ, ਉਹਨਾਂ ਦੀ ਬਦੌਲਤ ਆਪਾਂ ਪੌਣੇ 3 ਲੱਖ ਕਰੋੜ ਦੇ ਕਰਜ਼ਈ ਨੇ। ਵਰਨਾ ਪੰਜਾਬ ਵੁੱਡ ਹੈਵ ਬੀਨ ਅ ਗੋਲਡਨ ਸਟੇਟ। ਪੰਜਾਬ ਕੈਲੀਫੋਰਨੀਆ ਨਾਲੋਂ ਜ਼ਿਆਦਾ ਅੱਛੀ ਧਰਤੀ, ਕੈਲੀਫੋਰਨੀਆ ਨਾਲੋਂ ਜ਼ਿਆਦਾ ਅੱਛਾ ਮੌਸਮ, ਸਾਰੀ ਦੁਨੀਆ ਦੇ ਵਿੱਚ ਜ਼ਰਖੇਜ਼ ਧਰਤੀ ਆ, ਤੇ ਪੰਜਾਬ ਤਾਂ ਕਿਤੇ ਹੋਣਾ ਚਾਹੀਦਾ ਸੀਗਾ। ਪਰ ਸਾਡੀ ਕਿਤੇ ਨਾ ਕਿਤੇ ਪੋਲੀਟੀਕਲ ਜਮਾਤ ਨੇ ਆਪਣੀ ਹੀ ਸਟੇਟ ਦੇ ਨਾਲ ਜਿਹੜਾ ਧੋਖਾਧੜੀ ਕੀਤੀ, ਬੇਈਮਾਨੀ ਕੀਤੀ, ਉਹਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ। ਫਿਰ ਮੈਂ ਰੀਇਟਰੇਟ ਕਰਦਾ ਕਿ ਪਾਕਿਸਤਾਨ ਨਾਲ ਬਾਰਡਰ ਖੋਲ੍ਹਣਾ, ਕਿਉਂਕਿ ਬਹੁਤ ਵਾਸਟ ਮਾਰਕੀਟ ਹੈ ਬਿਯੋਂਡ ਪਾਕਿਸਤਾਨ, ਆਲ ਦ ਵੇ ਅਫਗਾਨਿਸਤਾਨ, ਈਰਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਰਸ਼ੀਆ ਤੱਕ ਇੰਨਾ ਵੱਡਾ ਕੋਲਡ ਬਲੌਕ ਹੈ ਉੱਥੇ ਕਿ ਕੁਝ ਨਹੀਂ ਹੁੰਦਾ। ਉਹ ਆਪਾਂ ਬੜੇ ਅੱਛੇ ਤਰੀਕੇ ਨਾਲ ਲੈਂਡ ਰੂਟ ਰਾਹੀਂ ਉੱਥੇ ਸਾਰੀਆਂ ਗੱਲਾਂ, ਸਾਡੀਆਂ ਸਾਰੇ ਪ੍ਰੋਡਕਟਸ, ਨਾਟ ਓਨਲੀ ਐਗਰੀਕਲਚਰ ਪ੍ਰੋਡਕਟਸ ਬਟ ਆਲਸੋ ਇੰਡਸਟਰੀਅਲ ਪ੍ਰੋਡਕਟਸ ਜਾ ਸਕਦੇ ਨੇ। ਤੇ ਆਪਣੀ ਐਜੀਟੇਸ਼ਨ ਦਾ ਦਾਇਰੇ ਨੂੰ ਅਪਗ੍ਰੇਡ ਕਰੋ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਸਾਨੂੰ ਲਾਗੂ ਹੋਵੇ। ਸਾਡੀ ਕਣਕ ਦਾ ਭਾਅ ਅੱਜ 7000 ਰੁਪਏ ਕੁਇੰਟਲ ਚਾਹੀਦਾ ਅਕੋਰਡਿੰਗ ਟੂ ਰეკਮੈਂਡੇਸ਼ਨਸ ਆਫ ਸਵਾਮੀਨਾਥਨ ਕਮੇਟੀ ਰਿਪੋਰਟ। ਜੇ ਬਾਕੀ ਸਾਰੇ ਵਰਗਾਂ ਨੂੰ ਐਜੂਕੇਸ਼ਨ ਅਲਾਉਂਸ ਮਿਲਦਾ, ਹਾਊਸ ਅਲਾਉਂਸ ਮਿਲਦਾ, ਹੈਲਥ ਕੇਅਰ ਕਵਰੇਜ ਮਿਲਦੀ, ਤੇ ਇਕੱਲੇ ਕਿਸਾਨਾਂ ਨੂੰ ਕਿਉਂ ਇਹ ਨਹੀਂ ਕੀਤਾ ਜਾ ਰਿਹਾ, ਜਦਕਿ ਸਭ ਤੋਂ ਜ਼ਿਆਦਾ ਯੋਗਦਾਨ ਇਸ ਦੇਸ਼ ਨੂੰ ਖੜਾ ਕਰਨ ਵਿੱਚ ਕਿਸਾਨਾਂ ਨੇ ਪਾਇਆ। ਇਹ ਕਹਿਣ ਦੀ ਲੋੜ ਨਹੀਂ ਕਿ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਡਿਫੈਂਸ ਦੇ ਮੈਦਾਨ 'ਚ, ਖੇਡ ਦੇ ਮੈਦਾਨ 'ਚ, ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਮੈਂ ਕਈ ਵਾਰ ਪਹਿਲਾਂ ਵੀ ਕਹਿ ਚੁੱਕਾ ਹਾਂ। ਪਾਕਿਸਤਾਨ ਤੋਂ ਆਪਣਾ ਉਜਾੜਾ ਕਰਕੇ ਇਸ ਭਾਰਤ ਨੂੰ ਮਜ਼ਬੂਤ, ਅਗਰ ਅੱਜ ਮੋਦੀ ਜਾਂ ਕੋਈ ਕਹਿੰਦਾ ਲੀਡਰ ਕਿ ਭਾਰਤ ਬਹੁਤ ਮਜ਼ਬੂਤ ਦੇਸ਼ ਹੈ, ਤੇ ਕੀ ਉਹ ਪੰਜਾਬ ਤੇ ਪੰਜਾਬੀਆਂ ਦੇ ਯੋਗਦਾਨ ਤੋਂ ਬਗੈਰ ਭਾਰਤ ਮਜ਼ਬੂਤ ਹੋ ਸਕਦਾ ਸੀਗਾ? ਇਸ ਲਈ ਤੁਹਾਨੂੰ ਸੋਚਣਾ ਚਾਹੀਦਾ ਬੀਜੇਪੀ ਵਾਲਿਓ, ਨਾ ਲੋਕਾਂ ਦੇ ਜਜ਼ਬਾਤਾਂ ਨਾਲ ਖੇਡੋ। ਪੰਜਾਬ ਨੂੰ ਤੁਸੀਂ ਆਪ ਧੱਕ ਰਹੇ ਹੋ ਐਨਆਰਕੀ ਵੱਲ, ਪੰਜਾਬ ਨੂੰ ਤੁਸੀਂ ਆਪ ਧੱਕ ਰਹੇ ਹੋ ਕਿ ਤੁਸੀਂ ਇੱਕ ਵੱਖਵਾਦੀ ਲਹਿਰ ਜੇ ਅਗਰ ਪੰਜਾਬ ਵਿੱਚ ਪੈਦਾ ਹੋਵੇਗੀ ਤਾਂ ਸਿੱਧੀ ਬੀਜੇਪੀ ਤੇ ਮੋਦੀ ਦੀ ਸਰਕਾਰ ਆਪ ਜ਼ਿੰਮੇਵਾਰ ਹੋਊਗੀ। ਸੋ ਇਹ ਅੱਜ ਦੇ ਮੇਰੇ ਵਿਚਾਰ ਸਨ। ਅਗਰ ਠੀਕ ਲੱਗੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਕਿਸਾਨ ਜਥੇਬੰਦੀਆਂ ਬਹੁਤ ਸੂਝਵਾਨ ਨੇ, ਬੜੇ ਸਮਝਦਾਰ ਨੇ, ਔਰ ਬਹੁਤ ਪੇਸ਼ੈਂਸ ਨਾਲ, ਬਹੁਤ ਸਬਰ ਦੇ ਨਾਲ ਉਹਨਾਂ ਨੇ ਐਜੀਟੇਸ਼ਨ ਲੀਡ ਕੀਤੀ ਆ। ਅਸੀਂ ਜਿੰਨੇ ਜੋਗੇ ਵੀ ਸੀ ਹਮੇਸ਼ਾ ਉਹਦੇ ਵਿੱਚ ਕੋਸ਼ਿਸ਼ ਕਰਦੇ ਨੇ ਕਿ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੀਏ। ਪਰ ਇਹਦਾ ਸਿਹਰਾ ਜਿਹੜਾ ਹੈ ਆਫ ਕੋਰਸ ਉਸ ਸਮੂਹ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਜਾਂਦੀ, ਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਜਿਹੜਾ ਇਹ ਧਰਨਾ ਵਾ, ਠੀਕ ਹੈ ਹਾਲੇ ਮੋਦੀ ਦੀ ਸਰਕਾਰ ਨਹੀਂ ਮੰਨ ਰਹੀ, ਪਰ ਵਰਲਡ ਵਾਈਡ ਇਦਾਂ ਦਾ ਵੱਡਾ ਮੇਜਰ ਅਪਰਾਈਜ਼ਿੰਗ ਪ੍ਰੋਟੈਸਟ ਅੱਜ ਦੇ ਮਾਡਰਨ ਕੰਟੈਂਪਰੇਰੀ ਹਿਸਟਰੀ ਵਿੱਚ ਦੇਖਣ ਨੂੰ ਕਦੇ ਮਿਲਿਆ ਨਹੀਂ, ਜਿੱਥੇ ਸਾਰੀ ਦੁਨੀਆ 'ਚ ਉਹਨਾਂ ਨੂੰ ਸਪੋਰਟ ਮਿਲੀ ਆ। ਐਨਆਰਆਈਜ਼ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸਿਰਾ ਹੀ ਲਾ ਦਿੱਤਾ। ਬਿਲਕੁਲ ਸਾਰਿਆਂ ਨੇ ਆਪਣੇ ਕੰਮ ਛੱਡ ਕੇ ਆਪਣੇ ਦੇਸ਼ਾਂ ਵਿੱਚ ਇੱਕ ਅਲੱਗ ਵੱਖਰੀ ਲਹਿਰ ਪੈਦਾ ਕਰ। ਕਹਿਣ ਨੂੰ ਤਾਂ ਪੰਜਾਬੀ ਤੇ ਸਿੱਖ ਐਵੇਂ ਛੋਟੀ ਜਿਹੀ ਪਰਸੈਂਟੇਜ ਆ, ਆਪਾਂ 2 ਪੈਸੇ ਆ ਇਸ ਦੇਸ਼ ਦੇ ਵਿੱਚ ਆਬਾਦੀ 'ਚ, ਪਰ 2 ਪੈਸੇ ਦੇ ਲੋਕਾਂ ਨੇ ਦੁਨੀਆ ਦੇ ਵਿੱਚ ਐਡੇ ਵੱਡੇ ਪੱਧਰ ਤੇ ਅਵੇਅਰਨੈਸ ਕ੍ਰੀਏਟ ਕੀਤੀ ਆ ਕਿ ਬੱਚਾ ਜਾਣਨ ਲੱਗ ਗਿਆ ਕਿ ਕੌਣ ਕੀ ਕਰ ਰਿਹਾ। ਔਰ ਅੰਤ 'ਚ ਜਿਹਨੇ ਗਲਤ ਇਲਜ਼ਾਮਬਾਜ਼ੀ ਲਾਉਂਦੇ ਨੇ, ਖਾਲਿਸਤਾਨੀ ਬੈਠੇ ਨੇ, ਨਕਸਲਵਾਦੀ ਨੇ, ਅਰਬਨ ਨੈਕਸਲਸ ਨੇ, ਉਹ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਪਿਛੋਕੜ ਸਮਝਣਾ ਚਾਹੀਦਾ। ਖਾਲਸਾ ਏਡ ਵਰਗੀ ਜਥੇਬੰਦੀਆਂ ਨੂੰ ਤੁਸੀਂ ਖਾਲਿਸਤਾਨੀ ਕਹਿੰਦੇ ਹੋ, ਰਵੀ ਸਿੰਘ ਨੂੰ, ਜਿਹੜਾ ਸੀਰੀਆ ਵਿੱਚ ਰਿਫਿਊਜੀਆਂ ਦੀ ਖਾਤਰ ਜਾ ਕੇ ਮਦਦ ਕਰਦਾ। ਜਦੋਂ ਇਸ ਦੇਸ਼ ਵਿੱਚ ਕੇਰਲਾ ਵਰਗੇ ਸੂਬਿਆਂ 'ਚ ਬਾੜ ਆਉਂਦੀ ਜਾਂ ਕਿਤੇ ਸੋਕਾ ਆਉਂਦਾ, ਉਹਨੇ ਤਾਂ ਨਹੀਂ ਦੇਖਿਆ ਕਿ ਇੱਥੇ ਪੰਜਾਬੀ ਨੇ, ਇੱਥੇ ਸਿੱਖ ਨੇ, ਉਹਨੇ ਤਾਂ ਮਨੁੱਖਤਾ ਦਾ ਐਂਗਲ ਦੇਖਿਆ, ਤੇ ਉਸ ਜਥੇਬੰਦੀ ਦੀ ਜਿਹੜੀ ਮਦਦ ਆ ਉਹ ਵਰਲਡ ਵਾਈਡ ਐਪਰੀਸ਼ੀਏਟ ਕੀਤੀ ਆ, ਤੇ ਆਪਾਂ ਉਹਨਾਂ ਨੂੰ ਖਾਲਿਸਤਾਨੀ ਕਹਿੰਦੇ ਆ। ਤੇ ਤੁਸੀਂ ਇਦਾਂ ਕਹਿ ਕੇ ਭਾਵੇਂ ਪੰਜਾਬ ਨੂੰ ਤੁਸੀਂ ਧੱਕਾ ਮਾਰ ਰਹੇ ਹੋ ਪੰਜਾਬ ਨੂੰ ਕਿ ਬਾਹਰ ਨਿਕਲ ਜਾਓ, ਭੱਜ ਜਾਓ, ਤੁਸੀਂ ਵੱਖਵਾਦੀ ਲਹਿਰ ਪੈਦਾ ਕਰੋ, ਇਹਦੀ ਸਾਰੀ ਰਿਸਪੌਂਸਿਬਿਲਿਟੀ ਬੀਜੇਪੀ ਦੀ ਹੋਵੇਗੀ। ਤਾਂ ਤੁਹਾਡਾ ਸਾਰਿਆਂ ਦਾ